ਸਤਿ ਸ਼੍ਰੀ ਅਕਾਲ ਦੋਸਤੋ, ਫੇਸਬੁੱਕ ਦੇ ਮਾਧਿਅਮ ਰਾਹੀਂ ਜੁੜੇ ਸਾਰੇ ਹੀ ਸਰੋਤਿਆਂ ਦਾ ਮੇਰੇ ਵੱਲੋਂ, ਮੇਰੀ ਪੂਰੀ ਟੀਮ ਵੱਲੋਂ ਬਹੁਤ ਬਹੁਤ ਸਵਾਗਤ ਹੈ ਜੀ। ਸਭ ਤੋਂ ਪਹਿਲਾ ਸੁਨੇਹਾ ਮੋਹਾਲੀ ਦੀ ਡਾਇਰੈਕਟ ਮੀਟ ਭੁਪਿੰਦਰ ਸਿੰਘ ਗਿੱਲ, ਐਚਓਡੀ ਇਮੀਗ੍ਰੇਸ਼ਨ ਡਿਪਾਰਟਮੈਂਟ ਆਪਦੀ ਐਕਸਪਰਟ ਟੀਮ ਦੇ ਨਾਲ ਆਪ ਖੁਦ 18 ਦਸੰਬਰ ਦਿਨ ਮੰਗਲਵਾਰ, ਆਉਂਦੇ ਮੰਗਲਵਾਰ 18 ਦਸੰਬਰ ਨੂੰ ਮੋਹਾਲੀ ਆਫਿਸ 3B2 ਮੋਹਾਲੀ ਕਟਾਣੀ ਸਵੀਟਸ ਦੇ ਬਿਲਕੁਲ ਨਾਲ ਯੈਸ ਬੈਂਕ ਦੇ ਉੱਪਰ ਆਪਣਾ ਆਫਿਸ ਆ ਜੀ। ਤੁਸੀਂ ਸਾਰੇ ਜਾਣਦੇ ਹੀ ਹੋ। ਭੁਪਿੰਦਰ ਸਿੰਘ ਗਿੱਲ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 1 ਵਜੇ ਤੱਕ ਆਪਦੀ ਸਾਰੀ ਐਕਸਪਰਟ ਟੀਮ ਦੇ ਨਾਲ ਉੱਥੇ ਬੈਠਣਗੇ। ਤੁਹਾਡੀਆਂ ਜਿਹੜੀਆਂ ਵੀ ਕੁਇਰੀਜ਼ ਨੇ, ਤੁਸੀਂ ਜੋ ਵੀ ਕੁਐਸਚਨਸ ਤੁਹਾਡੇ ਦਿਮਾਗ ਦੇ ਵਿੱਚ ਚੱਲ ਰਹੇ ਨੇ, ਓਪਨ ਵਰਕ ਪਰਮਿਟ ਨਾਲ ਸੰਬੰਧਿਤ, ਸਟੂਡੈਂਟ ਵੀਜ਼ਾ ਨਾਲ ਸੰਬੰਧਿਤ ਜਾਂ ਵਿਜ਼ਿਟਰ ਵੀਜ਼ਾ ਨਾਲ ਸੰਬੰਧਿਤ, ਆਪਦੇ ਸਾਰੇ ਜ਼ਰੂਰੀ ਡਾਕੂਮੈਂਟਸ ਨਾਲ ਲੈ ਕੇ ਤੁਸੀਂ ਉੱਥੇ ਪਹੁੰਚਿਓ। ਆਪਦੇ ਕੇਸ ਨੂੰ ਅਸੈਸ ਕਰਵਾਇਓ, ਆਪਦੀ ਸਾਰੀਆਂ ਕੁਇਰੀਜ਼ ਕਲੀਅਰ ਕਰ ਲਿਓ। ਦਿਨ ਯਾਦ ਰੱਖ ਲਓ, ਮੰਗਲਵਾਰ ਦਿਨ 18 ਤਰੀਕ ਆ, 18 ਦਸੰਬਰ ਆਉਂਦਾ ਮੰਗਲਵਾਰ। ਮੋਹਾਲੀ ਆਫਿਸ 3B2 ਕਟਾਣੀ ਸਵੀਟਸ ਦੇ ਬਿਲਕੁਲ ਨਾਲ ਆਪਣਾ ਆਫਿਸ ਬਣਿਆ ਹੋਇਆ ਜੀ। ਅਗਲਾ ਜਿਹੜਾ ਸਵਾਲ ਆ, ਅਗਲੀ ਜਿਹੜੀ ਗੱਲ ਆ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ, ਉਹ ਉਸ ਚੀਜ਼ ਨੂੰ ਬਹੁਤ ਧਿਆਨ ਨਾਲ ਸੁਣਿਓ ਸਾਰੇ ਜਾਣੇ, ਕਿਉਂਕਿ ਜਦੋਂ ਕਿਸੇ ਕੈਂਡੀਡੇਟ ਨਾਲ ਜਾਂ ਕਿਸੇ ਵੀ ਕੇਸ ਅਪਲਾਈ ਕਰਨ ਵਾਲੇ ਕਿਸੇ ਸਟੂਡੈਂਟ ਨਾਲ ਜਾਂ ਉਹਨਾਂ ਦੇ ਮਾਪਿਆਂ ਨਾਲ ਜਦੋਂ ਕੋਈ ਫਰਾਡ ਹੁੰਦਾ ਤਾਂ ਉਹਨਾਂ ਦੀ ਕੋਸ਼ਿਸ਼ ਹੁੰਦੀ ਆ, ਉਹ ਸਾਡੇ ਨਾਲ ਆ ਕੇ ਸ਼ੇਅਰ ਕਰਦੇ ਆ। ਉਹਨਾਂ ਦੀ ਇਹ ਕੋਸ਼ਿਸ਼ ਹੁੰਦੀ ਆ ਵੀ ਤੁਸੀਂ ਅੱਗੇ ਇਹਨੂੰ ਪਲੀਜ਼ ਕਨਵੇ ਕਰ ਦਿਓ, ਤਾਂ ਜੋ ਦੂਸਰੇ ਬੱਚੇ ਆਪਦਾ ਕੇਸ ਅਪਲਾਈ ਕਰਨ ਤੋਂ ਪਹਿਲਾਂ ਇਸ ਚੀਜ਼ ਨਾਲ ਅਵੇਅਰ ਹੋ ਜਾਣ। ਰੀਤ ਜੀ, ਮੈਂ ਬਰੈਂਪਟਨ ਹੀ ਆ ਵੀਰੇ, ਬਸ ਥੋੜੇ ਦਿਨ ਹੀ ਆ ਬਰੈਂਪਟਨ, ਇਸ ਤੋਂ ਬਾਅਦ ਮੈਂ ਅਲਬਰਟਾ ਚਲੇ ਜਾਣਾ, ਫਿਰ ਮੈਂ 10 ਕੁ ਦਿਨ ਅਲਬਰਟਾ ਹੀ ਰਹੂੰਗਾ। ਤੁਸੀਂ ਜੇ ਮਿਲਣਾ ਹੋਇਆ ਤਾਂ ਮਿਲ ਲਿਓ, ਟਾਈਮ ਕੱਢ ਲਿਓ ਪਲੀਜ਼, ਜੇ ਹੋ ਸਕਦਾ। ਮੈਨੂੰ ਪਤਾ ਤੁਸੀਂ ਬਿਜ਼ੀ ਹੋ ਇੱਥੇ, ਬਟ ਜੇ ਟਾਈਮ ਨਿਕਲਦਾ ਹੋਇਆ ਤਾਂ ਵੀਰੇ ਜ਼ਰੂਰ ਕੱਢਿਓ, ਆਪਾਂ ਮਿਲ ਸਕਦੇ ਹਾਂ। ਜੇ ਤੁਹਾਡੀ ਕੋਈ ਵੀ ਕੁਐਰੀ ਹੋਈ ਆਪਾਂ ਕਲੀਅਰ ਕਰਾਂਗੇ। ਸੌਰੀ, ਮੈਂ ਦੁਬਾਰੇ ਉਸ ਟੌਪਿਕ 'ਤੇ ਆ ਰਿਹਾ। ਕੁਝ ਕੈਂਡੀਡੇਟ ਮੈਨੂੰ ਫੋਨ 'ਤੇ ਮੇਰੇ ਨਾਲ ਗੱਲ ਹੋਈ, ਮੇਰੇ ਆਫਿਸ ਗਏ, ਭੁਪਿੰਦਰ ਸਿੰਘ ਹੋਣਾ ਨੇ, ਉਹਨਾਂ ਨੇ ਮੇਰੇ ਨਾਲ ਫੋਨ 'ਤੇ ਗੱਲ ਕਰਾਈ ਤਾਂ ਉਹਨਾਂ ਨੇ ਮੈਨੂੰ ਇੱਕ ਨਵੀਂ ਹੀ ਗੱਲ ਦੱਸੀ। ਮੈਂ ਆਪਦੇ ਇਸ ਚੈਨਲ ਦੇ ਜ਼ਰੀਏ ਉਸ ਜੋ ਫਰਾਡ ਉਹਨਾਂ ਦੇ ਨਾਲ ਹੋਇਆ ਅਤੇ ਉਹ ਫਰਾਡ ਕਰਨ ਦਾ ਜਿਹੜਾ ਤਰੀਕਾ ਨਵਾਂ ਅਪਣਾਇਆ ਗਿਆ, ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਦੇਣਾ ਚਾਹੁੰਦਾ, ਤਾਂ ਜੋ ਤੁਸੀਂ ਅੱਗੇ ਬਚ ਸਕੋ। ਕੋਈ ਕੰਪਨੀਆਂ, ਨਾਮਵਰ ਕੰਪਨੀਆਂ, ਆਪਾਂ ਨਾਂ ਨਹੀਂ ਲੈਣਾ ਕਿਸੇ ਦਾ, ਪਰ ਜੇ ਉਹ ਇਹ ਵੀਡੀਓ ਸੁਣਨ ਤਾਂ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ ਬਈ, ਬੜੇ ਹੀ ਸੋਹਣੇ ਵਾਹਿਗੁਰੂ ਨੇ ਤੁਹਾਨੂੰ ਰੋਜ਼ਗਾਰ ਬਖਸ਼ੇ ਨੇ, ਬੜੇ ਹੀ ਤੁਸੀਂ ਪੈਸੇ ਕਮਾਏ ਨੇ ਇੰਡਸਟਰੀ ਦੇ ਵਿੱਚ ਆ ਕੇ, ਬੜਾ ਮਾਣ ਬਖਸ਼ਿਆ ਲੋਕਾਂ ਨੇ ਤੁਹਾਨੂੰ। ਜਦੋਂ ਦੇਖੋ, ਪੈਸੇ ਦੀ ਭੁੱਖ ਤਾਂ ਮੁੱਕਦੀ ਨਹੀਂ ਹੁੰਦੀ, ਪਰ ਆਪਾਂ ਨੂੰ ਇੱਕ ਚੀਜ਼ ਸਮਝ ਲੈਣੀ ਚਾਹੀਦੀ ਆ। ਅੱਜ ਜੋ ਪੰਜਾਬ ਦੀ ਸਿਚੁਏਸ਼ਨ ਆ, ਅੱਜ ਜੋ ਪੰਜਾਬ ਦਾ ਸਿਸਟਮ ਬਣ ਚੁੱਕਿਆ, ਆਪਦੇ ਬੱਚਿਆਂ ਨੂੰ ਲੋਕ ਬਾਹਰ ਭੇਜਣ ਦੇ ਲਈ ਕਿਉਂ ਇੰਨੇ ਉਤਸੁਕ ਨੇ? ਕਿਉਂਕਿ ਉਹਨਾਂ ਨੂੰ ਆਪਦੇ ਬੱਚਿਆਂ ਦਾ ਫਿਊਚਰ ਨਹੀਂ ਪ੍ਰੋਪਰ ਦਿਸ ਰਿਹਾ ਉੱਥੇ। ਚਲੋ, ਉਹ ਇੱਕ ਗੱਲ ਹੋ ਗਈ, ਆਪਦੇ ਬੱਚਿਆਂ ਨੂੰ ਚੰਗੇ ਫਿਊਚਰ ਦੇ ਲਈ ਬਾਹਰ ਭੇਜ ਰਹੇ ਨੇ, ਪਰ ਸਾਲ ਦੀ ਫੀਸ ਜਾਣ ਲੱਗ ਗਈ, GIC ਜਾਣ ਲੱਗ ਗਿਆ। ਤਕਰੀਬਨ ਕੈਨੇਡਾ ਵੀਜ਼ਾ ਅਪਲਾਈ ਕਰਨ ਦੇ ਲਈ ਤਕਰੀਬਨ 15 ਲੱਖ ਰੁਪਏ ਦਾ ਇੰਤਜ਼ਾਮ ਕਰਨਾ ਪੈਂਦਾ ਇੱਕ ਮਾਪਿਆਂ ਨੂੰ, ਇੱਕ ਸਟੂਡੈਂਟ ਦੇ ਮਾਪਿਆਂ ਨੂੰ। ਅਤੇ ਉਹੀ ਜਾਣਦੇ ਨੇ ਕਿ ਉਹ ਪੈਸਿਆਂ ਦਾ ਇੰਤਜ਼ਾਮ ਕਿੱਥੋਂ ਕਰਕੇ ਲੈ ਕੇ ਆਉਂਦੇ ਨੇ। ਅਤੇ ਜਦੋਂ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ, ਮੈਂ ਕੰਮ ਕਰਦਾ, ਮੈਂ ਸਾਰੇ ਕੰਮ ਸਹੀ ਨਹੀਂ ਕਰਦਾ, ਮੈਂ ਵੀ ਇੱਥੇ ਪੈਸੇ ਕਮਾਉਣ ਨੂੰ ਬੈਠਾ, ਪੈਸੇ ਕਮਾ ਕੇ ਹੀ ਆਫਿਸ ਚੱਲਦੇ ਨੇ। ਰੋਜੀ ਰੋਟੀ ਆਪਣੀ ਇਹ ਹੈਗੀ, ਮਹਾਰਾਜ ਨੇ ਬਖਸ਼ੀ ਆਪਾਂ ਨੂੰ, ਆਪਾਂ ਰੋਜੀ ਰੋਟੀ ਇਹ ਤੋਂ ਹੀ ਆਪਾਂ ਕਮਾ ਕੇ ਆਪਦੇ ਘਰ-ਬਾਰ ਚਲਾਉਣੇ ਨੇ। ਪਰ ਗਲਤੀ ਅਤੇ ਗੁਨਾਹ ਇਹ ਦੋ ਚੀਜ਼ਾਂ ਨੇ। ਗਲਤੀ ਮਾਫ ਹੋ ਜਾਂਦੀ ਹੁੰਦੀ ਆ, ਗੁਨਾਹ ਮਾਫ ਨਹੀਂ ਹੁੰਦੇ, ਅਤੇ ਗੁਨਾਹਾਂ ਦੀ ਸਜ਼ਾ ਲੋਕ ਨਹੀਂ ਦਿੰਦੇ, ਮਹਾਰਾਜ ਦਿੰਦਾ। ਅਤੇ ਉਹ ਫਿਰ ਜਦੋਂ ਤੁਹਾਨੂੰ ਸਜ਼ਾ ਦਿੰਦਾ ਨਾ, ਤਾਂ ਫਿਰ ਉੱਥੇ ਪੈਸੇ ਕੰਮ ਆਉਂਦੇ ਨੇ, ਨਾ ਉੱਥੇ ਬਣਿਆ ਹੋਇਆ ਤੁਹਾਡਾ ਨਾਂ ਕੰਮ ਆਉਂਦਾ, ਫਿਰ ਉੱਥੇ ਕੁਛ ਵੀ ਨਹੀਂ ਕੰਮ ਆਉਂਦਾ। ਇਸ ਚੀਜ਼ ਨੂੰ ਸਮਝ ਲੈਣਾ ਬੜਾ ਜ਼ਰੂਰੀ ਆ। ਹੁਣ ਚਲੋ, ਜ਼ਿਆਦਾ ਮੈਂ ਗੱਲ ਨਾ ਕਰਦਾ ਹੋਇਆ, ਸਿਰਫ ਇੱਕ ਸਪਸ਼ਟ ਰੂਪ ਦੇ ਵਿੱਚ ਸਮਝਾਉਣਾ ਕਿ ਕਿਸ ਚੀਜ਼ ਤੋਂ ਬਚਣਾ। ਕਹਿੰਦੇ ਨੇ ਪੈਕੇਜ ਦਿੱਤਾ ਜਾਂਦਾ 12 ਲੱਖ ਦਾ, ਜਿਹਦੇ ਵਿੱਚ 6 ਮਹੀਨੇ ਦੀ ਫੀਸ ਤੇ GIC ਭਰਿਆ ਜਾਂਦਾ। ਸੌਖੇ ਸ਼ਬਦਾਂ 'ਚ ਹੀ ਸਮਝਾ ਦੇਣਾ ਮੈਂ। 12 ਲੱਖ ਦਾ ਪੈਕੇਜ, $10,000 ਉਹਦੇ ਵਿੱਚੋਂ GIC ਭਰਿਆ ਜਾਂਦਾ 12 ਲੱਖ ਦੇ ਵਿੱਚੋਂ, ਤੇ 6 ਮਹੀਨੇ ਦੀ ਫੀਸ ਭਰੀ ਜਾਂਦੀ ਆ। ਦੋ ਬੈਂਕਸ ਨੇ ਜਿੱਥੇ GIC ਭਰਿਆ ਜਾਂਦਾ, ਇੱਕ ਤਾਂ ਬੈਂਕ ਆਫ ਨੋਵਾ ਸਕੋਸ਼ੀਆ ਐਂਡ ਦੂਸਰਾ ਬੈਂਕ ਆ ਆਪਣਾ ICICI। ਜੇ ਤੁਸੀਂ ਸਕੋਸ਼ੀਆ ਬੈਂਕ ਦੀ ਗੱਲ ਕਰਦੇ ਹੋ, ਸਕੋਸ਼ੀਆ ਬੈਂਕ ਦੇ ਵਿੱਚ ਜੇ ਤੁਸੀਂ ਰੀਫੰਡ ਪਾਉਣਾ ਨਾ, ਤਾਂ ਤੁਹਾਡੇ ਤੋਂ ਕਈ ਕਾਰਨ ਪੁੱਛੇ ਜਾਂਦੇ ਨੇ।
ਪਰ ਜੇ ਤੁਸੀਂ ICICI 'ਚ GIC ਰੀਫੰਡ ਪਾਉਣਾ ਤਾਂ ਕੁਝ ਵੀ ਨਹੀਂ ਪੁੱਛਿਆ ਜਾਂਦਾ, ਸਿਰਫ ਰੀਫੰਡ ਭੇਜੋ ਤੇ ਰੀਫੰਡ ਕਰਵਾ ਲਓ, ਐਪਲੀਕੇਸ਼ਨ ਪਾਓ ਤੇ ਰੀਫੰਡ ਕਰਵਾ ਲਓ। ਹੁਣ ਉਹ ਫਰਮ ਕੀ ਕਰ ਰਹੀ ਆ, ਜਿੱਦਣ ਤੁਹਾਡਾ ਵੀਜ਼ਾ ਸਟੈਂਪ ਹੋ ਜਾਂਦਾ ਨਾ, ਤੁਸੀਂ ਜਦੋਂ ਇੱਥੋਂ ਪਹੁੰਚਣਾ ਹੁੰਦਾ ਤਾਂ ਤੁਹਾਡਾ GIC ਵੀ ਰੀਫੰਡ ਮਰਵਾ ਲੈਂਦੀ ਹੈ, ਪੈਸੇ ਤੁਹਾਡੇ ਤੋਂ ਕੈਸ਼ ਲੈ ਲਿੱਤੇ ਜਾਂਦੇ ਨੇ। ਹੁਣ ਉਹ ਸਾਰੇ ਪ੍ਰੋਸੈਸ ਨੂੰ ਕਿਵੇਂ ਕਰਦੇ ਨੇ, ਕਿਸ ਤਰੀਕੇ ਨਾਲ ਇਸ ਸਾਰੀ ਚੀਜ਼ ਨੂੰ ਇੰਪਲੀਮੈਂਟ ਕਰਦੇ ਨੇ, ਕਿਉਂਕਿ ਕਾਫੀ ਕੁਝ ਇਹਦੇ ਵਿੱਚ ਕਰਨ ਵਾਲਾ, ਬੜੀ ਮਿਹਨਤ ਲਾਉਂਦੇ ਹੋਣਗੇ, ਕਿਉਂਕਿ ਬੱਚੇ ਦੇ ਅਕਾਊਂਟ 'ਚੋਂ GIC ਟ੍ਰਾਂਸਫਰ ਹੋਣਾ ਹੁੰਦਾ, ਉਹ ਸਾਰਾ ਕੁਛ ਤੁਹਾਡੇ ਤੋਂ ਕੈਸ਼ ਪੈਸੇ ਉਹਨੇ ਲੈਣੇ, ਉਹ ਕਿਸ ਤਰੀਕੇ ਨਾਲ ਉਹ ਸਾਰੇ ਪੈਕੇਜ ਨੂੰ ਡੀਲ ਕਰਕੇ ਤੇ ਉਸ ਤੋਂ ਬਾਅਦ ਰੀਫੰਡ ਪਾਉਂਦੇ ਹੋਣਗੇ, ਇਹ ਤਾਂ ਉਹਨਾਂ ਨੂੰ ਹੀ ਪਤਾ। ਪਰ ਤੁਸੀਂ ਇਸ ਚੀਜ਼ ਨੂੰ ਧਿਆਨ 'ਚ ਰੱਖਣਾ ਆ ਵੀ ਇਹ ਨਾ ਹੋਵੇ ਵੀ ਤੁਸੀਂ ਇਹੋ ਜਿਹੇ ਕਿਸੇ ਜਾਲ 'ਚ ਫਸੋ ਤੇ ਤੁਸੀਂ ਇੱਧਰ ਪਹੁੰਚੋ ਤਾਂ ਤੁਹਾਡਾ ਉਹ $10,000 ਵੀ ਵਾਪਸ ਮੰਗਾ ਲਿਆ ਗਿਆ ਹੋਵੇ। ਹੁਣ ਜਦੋਂ ਵੀ ਕਿਸੇ ਨਾਲ ਤੁਸੀਂ ਇਹ ਪੈਕੇਜ ਬਣਾਉਣੇ ਨੇ ਜਾਂ ਪੈਕੇਜ ਦੇ ਉੱਤੇ ਗੱਲ ਕਰਨੀ ਆ ਜਾਂ ਜਾ ਕੇ, ਤਾਂ ਇਹਨਾਂ ਚੀਜ਼ਾਂ ਦਾ ਖਾਸ ਧਿਆਨ ਰੱਖਣਾ, ਕਿਉਂਕਿ ਇਹ ਚੀਜ਼ ਮੈਨੂੰ ਫਿਰ ਪਤਾ ਲੱਗਿਆ ਜਦੋਂ ਮੈਨੂੰ ਨਾ 5 ਕੈਂਡੀਡੇਟ ਘੱਟੋ ਘੱਟ ਮੇਰੇ ਕੋਲੇ ਆਏ ਵੀ ਉਹਨਾਂ ਨੇ ਸਾਡੇ ਨਾਲ ਭਾਈ ਆਹ ਕੰਮ ਕੀਤਾ। ਸੋ ਵੀਰੋ, ਮੇਰੀ ਤਾਂ ਹਮੇਸ਼ਾ ਹੀ ਇਹੀ ਤੁਹਾਨੂੰ ਮੈਂ ਸ਼ੁਰੂ ਤੋਂ ਲੈ ਕੇ ਬੜੀਆਂ ਐਡਸ ਚੱਲਦੀਆਂ ਰਹੀਆਂ ਪੈਕੇਜਸ ਨੂੰ ਲੈ ਕੇ, ਬੜੀਆਂ ਐਡਸ ਚੱਲਦੀਆਂ ਰਹੀਆਂ ਆਫਟਰ ਵੀਜ਼ਾ ਫੀਸ ਨੂੰ ਲੈ ਕੇ, ਬੜੀਆਂ ਐਡਸ ਚੱਲਦੀਆਂ ਰਹੀਆਂ, ਕੋਈ ਪੈਸਾ ਨਹੀਂ ਪਹਿਲਾਂ ਦੇਣਾ, ਪਰ ਮੈਂ ਹਮੇਸ਼ਾ ਇੱਕੋ ਗੱਲ 'ਤੇ ਜ਼ੋਰ ਦਿੱਤਾ, ਤੁਸੀਂ ਉੱਥੇ ਪੜ੍ਹਨ ਚੱਲੇ ਹੋ, ਪੜ੍ਹੇ ਲਿਖੇ ਕੈਂਡੀਡੇਟ ਹੋ, ਕਾਲਜ ਦੀ ਫੀਸ ਤੁਸੀਂ ਆਪਦੇ ਅਕਾਊਂਟ 'ਚੋਂ ਕਾਲਜ ਨੂੰ ਭਰਨੀ ਆ, GIC ਦੀ ਤੁਸੀਂ ਆਪਦੇ ਅਕਾਊਂਟ 'ਚੋਂ ਬੈਂਕ 'ਚ ਭੇਜਣਾ। ਉਹਦੇ ਨਾਲ ਕਿਸੇ ਇਮੀਗ੍ਰੇਸ਼ਨ ਕੰਸਲਟੈਂਟ ਦਾ, ਕਿਸੇ ਸਟੂਡੈਂਟ ਵੀਜ਼ਾ ਕੰਸਲਟੈਂਟ ਦਾ, ਕਿਸੇ ਸਟੂਡੈਂਟ ਵੀਜ਼ਾ ਕੰਪਨੀ ਦਾ ਜਿਹੜੇ ਸਟੂਡੈਂਟ ਵੀਜ਼ਾ 'ਚ ਡੀਲ ਕਰਦੇ ਨੇ ਉਹਨਾਂ ਦਾ ਕੋਈ ਸੰਬੰਧ ਨਹੀਂ ਹੁੰਦਾ। ਮੈਂ ਤੁਹਾਡੇ ਤੋਂ ਆਪਦੀ ਜਿਹੜੀ ਪ੍ਰੋਸੈਸਿੰਗ ਫੀਸ ਲੈਣੀ ਆ, ਤੁਹਾਡਾ ਵੀਜ਼ਾ ਆਉਂਦਾ, ਕਾਲਜ ਨੇ ਮੈਨੂੰ ਕਮਿਸ਼ਨ ਦੇਣਾ, ਸਾਡੀ ਡੀਲਿੰਗ ਇੱਥੇ ਆ ਕੇ ਤੁਹਾਡੇ ਨਾਲ ਖਤਮ ਹੋ ਜਾਂਦੀ ਆ। ਤੁਹਾਡੇ GIC ਨਾ, ਹਾਂ ਤੁਹਾਡਾ GIC ਓਪਨ ਅਸੀਂ ਕਰਾ ਕੇ ਦੇਣਾ, ਤੁਸੀਂ ਆਪਦੀ ਫੀਸ ਕਿਸ ਐਡਰੈਸ 'ਤੇ ਭੇਜਣੀ ਹੈ, ਕਿਸ ਅਕਾਊਂਟ 'ਚ ਭੇਜਣੀ ਆ, ਉਹ ਅਸੀਂ ਤੁਹਾਨੂੰ ਦੇਣੀ ਹੈ, ਕਿਉਂਕਿ ਸਾਡੇ ਪੋਰਟਲ 'ਚ ਜਨਰੇਟ ਹੋ ਕੇ ਸਾਡੇ ਕੋਲੇ ਆਉਣੀ ਆ। ਉਹ ਸਾਨੂੰ ਕਾਲਜ ਨੇ, ਯੂਨੀਵਰਸਿਟੀ ਨੇ ਆਫਰ ਲੈਟਰ ਭੇਜਣੀ ਹੈ ਤੁਹਾਡੀ, ਅਤੇ ਤੁਹਾਡੀ ਫੀ ਰਸੀਟ ਐਵਰੀਥਿੰਗ ਸਾਨੂੰ ਭੇਜਣੀ ਹੈ, ਫਿਰ ਅਸੀਂ ਤੁਹਾਨੂੰ ਪ੍ਰੋਵਾਈਡ ਕਰਨੀ ਆ। ਸੋ ਤੁਸੀਂ ਸ਼ਾਇਦ ਸਮਝ ਗਏ ਹੋਵੋਗੇ। ਹੁਣ ਖਾਸ ਧਿਆਨ ਰੱਖਣਾ ਇਸ ਚੀਜ਼ ਦਾ ਵੀ ਜਿੱਥੇ ਤੁਸੀਂ ਜੇ ਪੈਕੇਜ 'ਚ ਤੁਹਾਨੂੰ ਲੱਗਦਾ ਕਿ ਉਹ ਪੈਕੇਜ ਤੁਹਾਨੂੰ ਫਾਇਦਾ ਆ, ਕਰੋ, ਜੀ ਸੱਦ ਕੇ ਕਰੋ, ਪਰ ਉਸ ਚੀਜ਼ ਦਾ ਧਿਆਨ ਰੱਖਿਓ ਵੀ ਇਹ ਨਾ ਹੋਵੇ ਵੀ ਤੁਸੀਂ ਕੈਨੇਡਾ ਪਹੁੰਚੋ ਤੇ ਤੁਹਾਡਾ GIC ਕਢਾ ਲਿਆ ਜਾਵੇ। ਆਪਾਂ ਇਸ ਚੀਜ਼ ਦਾ ਖਾਸ ਧਿਆਨ ਰੱਖਣਾ, ਠੀਕ ਆ ਜੀ। ਅਗਲੀ ਗੱਲ ਕਰ ਰਹੇ ਹਾਂ ਜੀ ਓਪਨ ਵਰਕ ਪਰਮਿਟ ਦੀ। ਓਪਨ ਵਰਕ ਪਰਮਿਟ ਵਾਲੇ ਜਿਹੜੇ ਵੀਰ ਰੈਗੂਲਰ ਹੁਣ ਮੈਨੂੰ ਇੱਥੇ ਮਿਲ ਰਹੇ ਨੇ, ਜ਼ਿਆਦਾ ਤਾਂ ਬੱਚੀਆਂ ਮਿਲ ਰਹੀਆਂ, ਵੀਰਾਂ ਦੇ ਕੇਸਾਂ ਨੂੰ ਲੈ ਕੇ ਰਿਜੈਕਟ ਹੋ ਰਹੇ ਨੇ, ਉਹਨਾਂ ਦੇ ਮੇਰੇ ਜਿਹੜੇ ਵੀਰ ਇੰਡੀਆ ਬੈਠੇ ਨੇ ਉਹਨਾਂ ਦੇ ਸਪਾਊਸ ਰਿਜੈਕਟ ਤਾਂ ਹੋ ਹੀ ਰਹੇ ਨੇ, ਮੈਕਸੀਮਮ 5-5 ਸਾਲ ਦੇ ਬੈਨ ਆ ਰਹੇ ਨੇ। ਦੇਖੋ, ਹਰੇਕ ਇਮੀਗ੍ਰੇਸ਼ਨ ਕੰਸਲਟੈਂਟ ਆਪਦਾ ਪੂਰਾ ਜ਼ੋਰ ਲਾਉਂਦਾ ਕਿ ਉਹਦਾ ਕੇਸ ਕਲੀਅਰ ਹੋਵੇ, ਪਰ ਹੁਣ ਜ਼ੋਰ ਨੂੰ ਸਹੀ ਤਰੀਕੇ ਨਾਲ ਲਾਉਣਾ ਬਹੁਤ ਜ਼ਿਆਦਾ ਜ਼ਰੂਰੀ ਆ। ਇਕੱਲਾ ਫਾਈਲ ਰੈਡੀ ਕਰਕੇ ਆਨਲਾਈਨ ਸਬਮਿਟ ਕਰ ਦੇਣੀ ਹੀ ਸਾਰਾ ਕੁਝ ਨਹੀਂ ਹੁੰਦਾ, ਇਹ ਕੋਈ ਵੀ ਕਰ ਸਕਦਾ, ਪਰ ਆਪਾਂ ਅੰਬੈਸੀ ਦਾ ਨੇਚਰ ਆਫ ਵਰਕ ਸਮਝ ਕੇ ਅੰਬੈਸੀ ਨੂੰ ਕੀ ਰਿਕੁਆਇਰਮੈਂਟਸ ਨੇ, ਇਕੱਲੀ ਚੈੱਕਲਿਸਟ ਤੋਂ ਰਿਕੁਆਇਰਮੈਂਟ ਨਹੀਂ ਪਤਾ ਲੱਗਦੀ ਹੁੰਦੀ। ਜਦੋਂ ਆਪਾਂ ਐਕਸਪੀਰੀਅੰਸ ਕਰਦੇ ਹਾਂ, ਮਿਹਨਤ ਕਰਦੇ ਹਾਂ, ਵਰਕਆਊਟ ਕਰਦੇ ਹਾਂ, ਤਾਂ ਸਾਨੂੰ ਪਤਾ ਲੱਗਦਾ ਵੀ ਕੁਝ ਸਪੋਰਟਿਵ ਡਾਕੂਮੈਂਟਸ ਵੀ ਹੁੰਦੇ ਨੇ ਜਿਹੜੇ ਵੀਜ਼ਾ ਆਫਿਸਰ ਨੂੰ ਚੈੱਕਲਿਸਟ ਤੋਂ ਬਾਹਰੋਂ ਚਾਹੀਦੇ ਹੁੰਦੇ ਨੇ, ਜੋ ਅਸੀਂ ਕੇਸ ਨੂੰ ਸਟਰੋਂਗ ਬਣਾਉਣ ਦੇ ਲਈ ਫਾਈਲ ਦੇ ਵਿੱਚ ਪਾਉਂਦੇ ਹਾਂ। ਦੇਖੋ ਵੀਰੋ, ਜਦੋਂ ਕਿਸੇ ਤੇ ਬੈਨ ਆ ਜਾਂਦਾ ਨਾ, ਤਾਂ ਉਹ ਇੱਕ ਬੜੀ ਵੱਡੀ ਪ੍ਰੋਬਲਮ ਕ੍ਰੀਏਟ ਕਰ ਦਿੰਦਾ। ਹੁਣ ਚੰਗੇ ਸਹੀ ਵਿਆਹ ਦੇ ਉੱਤੇ ਵੀ ਬੈਨ ਆ ਗਈ, ਘੱਟੋ ਘੱਟ ਬਹੁਤੇ ਨਹੀਂ ਤਾਂ 25 ਕੁੜੀਆਂ ਮੈਨੂੰ ਇੱਥੇ ਮਿਲ ਚੁੱਕੀਆਂ ਨੇ ਜਿਨ੍ਹਾਂ ਦੇ ਹਸਬੈਂਡ ਦੇ ਓਪਨ ਵਰਕ ਪਰਮਿਟ ਦੇ ਕੇਸ ਦੇ ਉੱਤੇ ਇੰਟਰਵਿਊ ਤੋਂ ਬਾਅਦ ਬੈਨ ਆ ਗਿਆ। ਅਤੇ ਮੇਰੇ ਤੋਂ ਇਹ ਸਵਾਲ ਪੁੱਛਿਆ ਜਾ ਰਿਹਾ ਵੀ ਕੀ ਇਹ ਓਪਨ ਵਰਕ ਪਰਮਿਟ ਦੇ ਵਿੱਚ ਸਖਤੀ ਹੋਈ ਆ? ਦੇਖੋ, ਸਖਤੀ ਹਮੇਸ਼ਾ ਹੀ ਹੁੰਦੀ ਆ। ਕਿਸੇ ਵੀ ਕੇਸ ਨੂੰ ਜੇ ਤੁਸੀਂ ਇਹ ਗੱਲ ਕਹਿ ਦੋਗੇ ਨਾ ਵੀ ਉਹ ਅੰਬੈਸੀ ਆਫਿਸਰ ਬਿਨਾਂ ਪੜ੍ਹੇ ਹੀ ਕਿਸੇ ਵੀ ਕੇਸ ਨੂੰ ਵੀਜ਼ਾ ਦੇਈ ਜਾਂਦੇ ਆ, ਐਸੀ ਕੋਈ ਗੱਲ ਨਹੀਂ ਹੁੰਦੀ। ਚਾਹੇ ਉਹ ਕੋਈ ਵੀ ਕੈਟਾਗਰੀ ਅਧੀਨ ਹੈ ਤੁਹਾਡਾ ਕੇਸ ਅਪਲਾਈ ਹੋਇਆ, ਚਾਹੇ ਤੁਸੀਂ ਸਟੂਡੈਂਟ ਵੀਜ਼ਾ, ਚਾਹੇ ਤੁਸੀਂ ਵਿਜ਼ਿਟਰ ਵੀਜ਼ਾ, ਚਾਹੇ ਤੁਸੀਂ ਓਪਨ ਵਰਕ ਪਰਮਿਟ, ਸਕਸੈਸ ਰੇਸ਼ੋ ਅਤੇ ਰਿਫਿਊਜ਼ਲ ਕਿੰਨੇ ਨੰਬਰਸ ਵੱਧ ਚੁੱਕੇ ਨੇ ਉਹਨਾਂ 'ਤੇ ਡਿਪੈਂਡ ਕਰਦੀ ਹੈ। ਪਰ ਇੱਕ ਗੱਲ ਮੈਂ ਕਲੀਅਰ ਕਰ ਦੇਣਾ ਚਾਹੁੰਦਾ, ਕੈਨੇਡੀਅਨ ਗੌਰਮੈਂਟ ਨੂੰ ਸਾਡੀ ਲੋੜ ਆ। ਕੈਨੇਡੀਅਨ ਗੌਰਮੈਂਟ ਨੇ ਵੀਜ਼ਾਸ ਦੇਣੇ ਨੇ, ਕੈਨੇਡੀਅਨ ਗੌਰਮੈਂਟ ਸਟੂਡੈਂਟ ਵੀ ਚਾਹੀਦਾ, ਕੈਨੇਡੀਅਨ ਗੌਰਮੈਂਟ ਨੂੰ ਵਿਜ਼ਿਟਰ ਵੀ ਚਾਹੀਦਾ, ਕੈਨੇਡੀਅਨ ਗੌਰਮੈਂਟ ਨੂੰ ਓਪਨ ਵਰਕ ਪਰਮਿਟ ਵਾਲੇ ਕੈਂਡੀਡੇਟ ਵੀ ਚਾਹੀਦੇ ਨੇ। ਜੇ ਤੁਸੀਂ 4 ਦਿਨ ਪਹਿਲਾਂ ਇੱਥੋਂ ਦੇ ਮਾਣਯੋਗ ਪ੍ਰਧਾਨ ਮੰਤਰੀ ਟਰੂਡੋ ਦਾ ਬਿਆਨ ਪੜ੍ਹੋ
ਤਾਂ ਉਹ ਆਪਦੇ ਮੂੰਹੋਂ ਇਹ ਗੱਲ ਕਹਿ ਰਿਹਾ ਕਿ 4,90,000 ਜੌਬਸ ਵੀਕੈਂਟ ਪਈਆਂ ਨੇ ਸਾਡੇ ਕੋਲੇ। ਜੇ ਤੁਸੀਂ ਬਰੈਂਪਟਨ ਜਾਂ GTA ਦੇ ਵਿੱਚ ਟਰੱਕਿੰਗ ਕੰਪਨੀ, ਆਪਣੇ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਜਿਹੜੀਆਂ ਟਰੱਕਿੰਗ ਕੰਪਨੀਜ਼ ਨੇ, ਜੇ ਤੁਸੀਂ ਉਹਨਾਂ ਤੋਂ ਜਾ ਕੇ ਪੁੱਛੋ, ਬੜਾ ਉਹਨਾਂ ਨੇ ਨਾਮ ਨਾ ਖੱਟਿਆ ਇੱਥੇ, ਬੜੀ ਮਿਹਨਤ ਕਰਕੇ ਉਹਨਾਂ ਨੇ ਵੱਡੀਆਂ ਵੱਡੀਆਂ ਕੰਪਨੀਜ਼ ਖੜੀਆਂ ਕੀਤੀਆਂ, 100 200 ਟਰੱਕ ਆ ਉਹਨਾਂ ਕੋਲੇ। ਜੇ ਤੁਸੀਂ ਉਹਨਾਂ ਤੋਂ ਪੁੱਛੋ ਤਾਂ ਉਹ ਇਹ ਕਹਿ ਰਹੇ ਵੀ ਟਰੱਕ ਡਰਾਈਵਰ ਮਿਲ ਹੀ ਨਹੀਂ ਰਿਹਾ। ਹਰੇਕ ਯਾਰਡ ਦੇ ਵਿੱਚ 3 ਤੋਂ 4 ਟਰੱਕ ਇਸ ਲਈ ਖੜੇ ਨੇ ਕਿਉਂਕਿ ਉਹਨਾਂ ਕੋਲ ਡਰਾਈਵਰਸ ਨਹੀਂ ਗਏ। ਜੇ ਤੁਸੀਂ ਬ੍ਰਿਟਿਸ਼ ਕੋਲੰਬੀਆ ਵਾਲੀ ਸਾਈਡ ਚਲੇ ਜਾਓ, ਤਕੜੇ ਤਕੜੇ ਫਾਰਮਾਂ ਦੇ ਮਾਲਕ ਆਪਦੇ ਪ੍ਰੀਮੀਅਰ ਕੋਲੇ ਜਾ ਕੇ ਇਹ ਪੁੱਛਦੇ ਨੇ ਵੀ ਅਸੀਂ ਬੇਰੀ ਤੜਾਈਏ ਕਿਤੋਂ। ਸਾਡੇ ਕੋਲੇ ਬੇਰੀ ਤੋੜਨ ਦੇ ਲਈ ਲੇਬਰ ਦਾ ਇੰਤਜ਼ਾਮ ਨਹੀਂ ਆ, ਸਾਡੇ ਕੋਲੇ ਕੰਮ ਕਰਨ ਦੇ ਲਈ ਲੋਕ ਨਹੀਂ ਆ। ਦੇਖੋ, ਪਰ ਜੇ ਇਹਨਾਂ ਨੂੰ ਰਿਕੁਆਇਰਮੈਂਟ ਆ, ਨਾਲ ਦੀ ਨਾਲ ਇੱਕ ਗੱਲ ਸਾਨੂੰ ਹੋਰ ਵੀ ਸਮਝਣੀ ਪਊਗੀ, ਇਹ ਨਹੀਂ ਹੈ ਵੀ ਕਿਸੇ ਵੀ ਤਰੀਕੇ ਨਾਲ ਫਾਈਲ ਅਪਲਾਈ ਕਰ ਦਿਓਗੇ, ਕੁਛ ਵੀ ਲਾ ਕੇ ਭੇਜ ਦਿਓਗੇ ਤੇ ਵੀਜ਼ਾ ਆਫਿਸਰ ਕਹੂਗਾ ਸਾਨੂੰ ਤਾਂ ਲੋੜ ਆ ਤੇ ਵੀਜ਼ਾ ਲਓ ਤੇ ਜਾਓ। ਛਾਣਨਾ ਬਰੀਕ ਹੀ ਰੱਖਣਾ ਇਹਨਾਂ ਨੇ। ਇਹਨਾਂ ਦੀ ਕੋਸ਼ਿਸ਼ ਆ, ਉਹਨਾਂ ਦੀ ਡਿਊਟੀ ਵੀ ਆ, ਜਿਹੜੇ ਵੀਜ਼ਾ ਆਫਿਸਰਸ ਬੈਠੇ ਨੇ, ਤੇ ਗਵਰਨਮੈਂਟ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਚੰਗੇ ਕੈਂਡੀਡੇਟ, ਜੈਨੂਅਨ ਕੈਂਡੀਡੇਟ, ਐਲੀਜੀਬਲ ਕੈਂਡੀਡੇਟ ਹੀ ਸਾਡੀ ਕੰਟਰੀ ਦੇ ਵਿੱਚ ਆਉਣ। ਸੋ ਜ਼ਿਆਦਾ ਸਵਾਲ ਇਹ ਸੀ ਕਿ ਕੀ ਵੀਜ਼ਾਜ਼ ਆਉਣੇ ਬੰਦ ਹੋ ਗਏ ਓਪਨ ਵਰਕ ਪਰਮਿਟ ਦੇ। ਪ੍ਰਿੰਟ ਆਊਟਸ ਕੱਢ ਕੇ ਲੈ ਕੇ ਆ, ਪਿਛਲੀ 7 ਤਰੀਕ ਤੋਂ ਲੈ ਕੇ ਤੁਸੀਂ ਦੇਖ ਸਕਦੇ ਹੋ, ਆ 7 ਦਸੰਬਰ ਦਾ ਡੇਟ ਆ, 7 ਦਸੰਬਰ ਤੋਂ ਲੈ ਕੇ ਲਾਸਟ ਵਾਲੀ ਜਿਹੜੀ 13 ਕੱਲ ਦੇ 13 ਦਸੰਬਰ ਤੱਕ 31 ਵੀਜ਼ਾ ਅਪਰੂਵਲਸ ਨੇ। 31 ਇਸ ਵਕਤ ਮੇਰੇ ਹੱਥ ਦੇ ਵਿੱਚ 31 ਵੀਜ਼ਾ ਅਪਰੂਵਲਸ ਕੱਲੇ ਓਪਨ ਵਰਕ ਪਰਮਿਟ ਦੀਆਂ ਨੇ। ਇਹਦੇ ਵਿੱਚ ਕੋਈ ਸਟੂਡੈਂਟ ਵੀਜ਼ਾ ਨਹੀਂ, ਕੋਈ ਵਿਜ਼ਟਰ ਵੀਜ਼ਾ ਨਹੀਂ। 31 ਵੀਜ਼ਾ ਅਪਰੂਵਲਸ 7 ਦਿਨਾਂ ਦੇ ਵਿੱਚ ਨੇ। 7 ਦਿਨ ਮੈਂ ਜ਼ਿਆਦਾ ਹੀ ਕਹਤੇ, ਵਿੱਚ ਸੈਟਰਡੇ ਸੰਡੇ ਵੀ ਕੱਢ ਦਈਏ। 31 ਵੀਜ਼ਾ ਅਪਰੂਵਲਸ ਆਈਆਂ ਨੇ। ਹਰ ਰੋਜ਼ ਵੀਜ਼ਾਜ਼ ਅਪਰੂਵ ਹੋ ਕੇ ਆਉਂਦੇ ਨੇ, ਹਰ ਰੋਜ਼ ਕੈਂਡੀਡੇਟ ਵੀਜ਼ਾਜ਼ ਮਿਲ ਰਹੇ ਨੇ, ਹਰ ਰੋਜ਼ ਕੈਂਡੀਡੇਟਸ ਦੇ ਮੈਡੀਕਲਸ ਆ ਰਹੇ ਨੇ। ਪਰ ਜਿੱਥੇ ਪ੍ਰੋਬਲਮ ਆ ਰਹੀ ਹੈ, ਜਿੱਥੇ ਇੰਟਰਵਿਊ ਕਾਲ ਹੋ ਰਹੀ ਹੈ, ਇੰਟਰਵਿਊ ਕਲੀਅਰ ਨਹੀਂ ਹੁੰਦੀ, ਬੈਨ ਆਉਂਦੇ ਨੇ, ਉਹਦੇ ਪਿੱਛੇ ਸਭ ਤੋਂ ਪਹਿਲਾ ਕਾਰਨ ਫਾਈਲ ਵਰਕ। ਦੂਸਰਾ ਕਾਰਨ ਜਦੋਂ ਇੰਟਰਵਿਊ ਆ ਗਈ, ਕੈਂਡੀਡੇਟ ਦੀ ਬਿਲਕੁਲ ਤਿਆਰੀ ਨਹੀਂ ਕਰਵਾਈ ਜਾ ਰਹੀ ਇੰਟਰਵਿਊ ਦੀ। ਕੁਛ ਨਹੀਂ ਦੱਸਿਆ ਜਾ ਰਿਹਾ ਕਿਹੋ ਜਿਹੇ ਕੁਐਸਚਨ ਪੁੱਛੇ ਜਾਣਗੇ, ਕੁਛ ਨਹੀਂ ਦੱਸਿਆ ਜਾ ਰਿਹਾ ਕਿਸ ਤਰੀਕੇ ਨਾਲ ਤੁਸੀਂ ਇੰਟਰਵਿਊ ਨੂੰ ਕਰੈਕ ਕਰਨਾ। ਦੇਖੋ, ਸਾਡਾ ਕੰਮ ਆ ਗਾਈਡਲਾਈਨਸ ਦੇਣਾ। ਦੇਖੋ, ਵੀਜ਼ਾ ਨਹੀਂ ਲੈ ਕੇ ਦੇ ਸਕਦੇ ਅਸੀਂ, ਕਿਸੇ ਦੇ ਕਿਸਮਤ ਦੇ ਵਿੱਚ ਕੈਨੇਡਾ, ਆਸਟ੍ਰੇਲੀਆ, ਅਮਰੀਕਾ ਨਹੀਂ ਲੈ ਸਕਦੇ। ਪਰ ਜਦੋਂ ਅਗਲੇ ਨੇ ਸਾਨੂੰ ਥੱਬਾ ਨੋਟਾਂ ਦਾ ਦਿੱਤਾ ਨਾ, ਤਾਂ ਸਾਡਾ ਫਰਜ਼ ਬਣਦਾ ਵੀ ਅਸੀਂ ਕੇਸ ਦੇ ਉੱਤੇ ਪ੍ਰੋਪਰ ਵਰਕਆਊਟ ਕਰੀਏ। ਅਸੀਂ ਕੇਸ ਨੂੰ ਪੜ੍ਹਗੇ ਤਰੀਕੇ ਦੇ ਨਾਲ, ਅਸੀਂ ਕੇਸ ਨੂੰ ਸਮਝੀਏ ਤਰੀਕੇ ਦੇ ਨਾਲ। ਜੋ ਚੀਜ਼ਾਂ ਸਾਨੂੰ ਲੱਗਦੀਆਂ ਨੇ, ਜੇ ਸਾਡੇ 2 ਵੀਜ਼ਾ ਲਗਾਤਾਰ ਰਿਫਿਊਜ਼ ਹੋ ਗਏ ਨੇ, ਤਾਂ ਅਸੀਂ ਉਹ 'ਤੇ ਮਿਹਨਤ ਕਰੀਏ ਵੀ ਕਿਉਂ ਰਿਫਿਊਜ਼ ਹੋਏ ਨੇ, ਉਹਨਾਂ ਪਿੱਛੇ ਕਾਰਨ ਕੀ ਆ। ਜੇ ਸਾਡੇ 2 ਬੈਨ ਆ ਗਏ ਨੇ, ਫਰੀਦਕੋਟ ਦੀ ਇੱਕ ਕੋਈ ਕੰਪਨੀ ਆ, 5 ਕੈਂਡੀਡੇਟ ਇੱਕ ਕੰਪਨੀ ਦੇ ਬੈਨ ਹੋਏ ਨੇ। ਇੱਥੇ ਆ ਕੇ ਮਿਲੀਆਂ ਉਹਨਾਂ ਦੀਆਂ ਘਰਾਂ ਵਾਲੀਆਂ, ਮੁੰਡਿਆਂ ਦੀਆਂ ਮੈਨੂੰ, ਵੀ ਸਾਡੇ ਬੈਨ ਆ ਗਏ ਜੀ। ਕਿਉਂ ਬੈਨ ਆ ਰਹੇ ਨੇ ਯਾਰ, ਸਾਨੂੰ ਸਮਝਣਾ ਪਊਗਾ। ਕੰਮ ਬਹੁਤ ਜ਼ਿਆਦਾ। ਨਿਖਿਲ ਕੁਮਾਰ ਜੀ, ਬਿਲਕੁਲ ਤੁਹਾਡਾ ਸਹੀ ਹੈ ਇਹ ਚੀਜ਼, ਸਾਨੂੰ ਕਿਵੇਂ ਪਤਾ? ਇਹ ਤਾਂ ਵੀਰੇ ਤੁਸੀਂ ਦੇਖ ਸਕਦੇ ਹੋ ਜਾ ਕੇ ਆਪਣੇ ਆਫਿਸ, ਮੋਗਾ ਆਫਿਸ। ਜੇ ਤੁਸੀਂ ਮੋਗਾ ਤੋਂ ਜਾਂ ਤੁਸੀਂ ਲੁਧਿਆਣਾ ਤੋਂ ਹੋ, ਤਾਂ ਤੁਸੀਂ ਜੇ ਬੈਠੋਗੇ ਆ ਕੇ ਸਾਡੇ ਆਫਿਸ ਦੇ ਵਿੱਚ, ਤਾਂ ਮੈਂ ਤੁਹਾਨੂੰ 100% ਬੈਠ ਕੇ ਦਿਖਾਊਂਗਾ ਵੀ ਆਹ ਮੇਰੇ 31 ਓਪਨ ਵਰਕ ਪਰਮਿਟ ਦੇ ਵੀਜ਼ਾਜ਼ ਨੇ। ਤੇ ਬਾਕੀ ਦੂਸਰੀ ਗੱਲ ਹੁੰਦੀ ਹੈ ਵੀਰੇ, 31 ਦੇ 31 ਟੈਸਟੀਮੋਨੀਅਲ ਦੇ ਰੂਪ ਦੇ ਵਿੱਚ, ਵੀਡੀਓ ਟੈਸਟੀਮੋਨੀਅਲ ਦੇ ਰੂਪ ਦੇ ਵਿੱਚ, ਐਂਡ ਇਹ ਅਪਡੇਟ ਹੋਣੇ ਨੇ ਕੰਟੀਨਿਊਸਲੀ। ਜਿਵੇਂ ਜਿਵੇਂ ਉਹਨਾਂ ਦੇ ਪਾਸਪੋਰਟ, ਹਜੇ ਕੱਲੀਆਂ ਅਪਰੂਵਲਸ ਆਈਆਂ ਨੇ, ਪਾਸਪੋਰਟ ਆ ਰਹੇ ਨੇ। ਜਦੋਂ ਹੀ ਉਹ ਬੱਚੇ ਚਲੇ ਜਾਂਦੇ ਨੇ, ਕੈਨੇਡਾ ਪਹੁੰਚ ਜਾਂਦੇ ਨੇ, ਅਸੀਂ ਆਪਦੇ ਮੇਰੇ ਪੇਜ ਦੇ ਉੱਤੇ ਉਹਨਾਂ ਦੇ ਅਸੀਂ ਟੈਸਟੀਮੋਨੀਅਲ ਅਪਡੇਟ ਕਰਾਂਗੇ। ਤੁਸੀਂ ਉੱਥੇ ਸੁਣ ਸਕਦੇ ਹੋ, ਗਿਣੀ ਚੱਲਿਓ। ਵੈਸੇ ਤੁਹਾਡਾ ਚੰਗਾ ਸਵਾਲ ਆ ਇਹ ਵੀ ਸਾਨੂੰ ਕਿਵੇਂ ਪਤਾ। ਤੇ ਇਹ ਤਾਂ ਜਦੋਂ ਆਪਾਂ ਇਹ ਚੀਜ਼ ਦੱਸਦੇ ਆ ਨਾ ਵੀ ਜਿਹੜੇ ਕੈਂਡੀਡੇਟ ਆਪਣੇ ਤੋਂ ਲਵਾ ਕੇ ਆਏ ਨੇ ਜਾਂ ਇਹਨਾਂ ਦੇ ਲੱਗਣਗੇ, ਤਾਂ ਉਹ ਸਾਰਿਆਂ ਦੇ ਸਾਰੇ ਆਪਾਂ ਟੈਸਟੀਮੋਨੀਅਲ ਬਣਾ ਕੇ ਆਪਾਂ ਆਪਦੇ ਪੇਜ ਦੇ ਉੱਤੇ ਪਾਵਾਂਗੇ ਵੀ ਭਾਈ ਆਹ ਵੀਜ਼ਾ ਮੇਰਾ ਇੰਨੀ ਤਰੀਕ ਨੂੰ ਲੱਗਿਆ ਸੀ, ਜਾਂ ਕਿੱਥੋਂ ਉਹ ਕੈਂਡੀਡੇਟ ਸੀ, ਕਦੋਂ ਉਹਨੂੰ ਪਤਾ ਲੱਗਿਆ ਆਪਣੀ ਕੰਪਨੀ ਬਾਰੇ। ਜਿਵੇਂ ਆਪਾਂ ਅੱਗੇ ਦੂਸਰੇ ਟੈਸਟੀਮੋਨੀਅਲਸ ਪਾਉਂਦੇ ਆ, ਸੋ ਤੁਸੀਂ ਪਤਾ ਵੀ ਕਰ ਸਕਦੇ। ਬਾਕੀ ਤੁਸੀਂ ਕਿਸੇ ਵੀ ਟਾਈਮ ਜਾ ਕੇ ਜਿਹੜੇ ਵੀਡੀਓ ਸੁਣ ਰਹੇ ਨੇ, ਮੇਰੇ ਕਿਸੇ ਵੀ ਆਫਿਸ ਦੇ ਵਿੱਚ ਜਾ ਕੇ ਤੁਸੀਂ ਇਹ ਦੇਖ ਸਕਦੇ ਹੋ ਵੀ ਆਪਣੇ ਕਿੰਨੇ 7 ਤਰੀਕ ਤੋਂ ਲੈ ਕੇ 14 ਤਰੀਕ ਤੱਕ, ਅੱਜ ਦਾ ਦਿਨ ਯਾਦ ਰੱਖ ਲਿਓ ਵੀ ਆਪਣੇ ਕਿੰਨੀਆਂ ਅਪਰੂਵਲਸ ਆਈਆਂ ਨੇ। ਤੇ ਜਦੋਂ ਜਾ ਕੇ ਤੁਸੀਂ ਉੱਥੇ ਅਪਰੂਵਲਸ ਕੱਲੀ ਚੀਜ਼, ਕਿਉਂਕਿ CIC ਦੀ ਲੈਟਰ ਆ ਜੀ, CIC ਦੀ ਈਮੇਲ ਆ, ਇਹ ਤਾਂ ਇੱਥੇ ਝੂਠ ਬੋਲਿਆ ਹੀ ਨਹੀਂ ਜਾ ਸਕਦਾ। ਉਹਦਾ ਤੁਹਾਨੂੰ ਕੱਢ ਕੇ ਅਸੀਂ ਪ੍ਰੋਪਰ ਤਰੀਕੇ ਨਾਲ ਦਿਖਾਵਾਂਗੇ ਬਿਠਾ ਕੇ, ਕਿਉਂਕਿ ਕਸਟਮਰ ਸੈਟਿਸਫੈਕਸ਼ਨ ਜਦੋਂ ਅਸੀਂ ਐਵੀਡੈਂਸ ਜਨਰੇਟ ਕਰਦੇ ਹਾਂ, ਸਾਨੂੰ ਵੀ ਇਹ ਮਾਣ ਹੁੰਦਾ ਆ।
ਇਹ ਚੀਜ਼ਾਂ ਜੋ ਮੈਂ ਤੁਹਾਨੂੰ ਦਿਖਾ ਰਿਹਾ ਇਹ ਇੱਕ ਐਡਵਰਟੀਜ਼ਮੈਂਟ ਦਾ ਪਾਰਟ ਆ। ਇਹ ਮੇਰੀ ਕੰਪਨੀ ਦੀ ਐਡਵਰਟੀਜ਼ਮੈਂਟ ਕਰਦੇ ਹਾਂ ਅਸੀਂ ਵੀ ਅਸੀਂ ਭਾਈ 31 ਵੀਜ਼ੇ ਸਾਨੂੰ ਗਵਰਨਮੈਂਟ ਨੇ ਇਸ਼ੂ ਕੀਤੇ ਨੇ 7 ਦਿਨਾਂ ਦੇ ਵਿੱਚ, ਤੇ ਇਹ ਉਸ ਪਰਵਰਦਗਾਰ ਦੀ ਨਿਗਾਹ ਵੀ ਸਿੱਧੀ ਆ ਤੇ ਆਪਾਂ ਮਿਹਨਤ ਵੀ ਕਰੀਦੀ ਆ। ਆਪਾਂ ਮਿਹਨਤ ਕਰੀਦੀ ਆ ਕਿ ਜੇ ਸਾਡੇ ਕੋਲੇ ਕੋਈ ਕੈਂਡੀਡੇਟ ਆਇਆ ਤਾਂ ਅਸੀਂ ਉਹਨੂੰ ਫੁੱਲ ਸੈਟਿਸਫਾਈਡ ਕਰਕੇ ਤੋਰੀਏ। ਐਂਡ ਮਾਰਕੀਟ ਦੇ ਵਿੱਚ ਬਣੇ ਰਹਿਣ ਲਈ ਸਭ ਤੋਂ ਜ਼ਰੂਰੀ ਚੀਜ਼ ਆ ਸਰਵਿਸਿਜ਼, ਚੰਗੀਆਂ ਸਰਵਿਸਿਜ਼ ਪ੍ਰੋਵਾਈਡ ਕਰਨੀਆਂ। ਸੋ ਬਿਲਕੁਲ ਕੋਈ ਸਖਤੀ ਨਹੀਂ ਹੋਈ, ਬਿਲਕੁਲ ਕੋਈ ਇਹ ਚੀਜ਼ ਨਹੀਂ ਹੈ ਕਿ ਵੀਜ਼ਾ ਨਹੀਂ ਮਿਲਣੋਂ ਬੰਦ ਹੋ ਗਏ ਨੇ। ਤੁਸੀਂ ਕਿਸੇ ਟਾਈਮ ਵੀ ਮੇਰੇ ਕਿਸੇ ਵੀ ਆਫਿਸ ਦੇ ਵਿੱਚ, ਜਿਹੜੇ ਬੱਚੇ ਬਰੈਂਪਟਨ ਤੋਂ ਨੇ ਮੇਰੇ ਅੱਜ ਆਹ ਆਫਿਸ ਦੇ ਵਿੱਚ ਹੀ ਪਏ ਨੇ, ਤੁਸੀਂ ਕਿਸੇ ਟਾਈਮ ਵੀ ਆ ਕੇ ਦੇਖ ਸਕਦੇ ਹੋ। 31 ਦੇ 31 ਪ੍ਰਿੰਟ ਆਊਟਸ ਕੱਢ ਕੇ ਰੱਖੇ ਹੋਏ ਨੇ। ਤੇ ਤੁਸੀਂ ਮੋਗਾ ਆਫਿਸ ਜਾਓਗੇ, ਮਿਸਟਰ ਭੁਪਿੰਦਰ ਸਿੰਘ ਗਿੱਲ ਨੂੰ ਜਾ ਕੇ ਪੁੱਛ ਸਕਦੇ ਹੋ ਪਲੀਜ਼ ਸਾਨੂੰ ਐਵੀਡੈਂਸ ਦਿਖਾ ਦਿਓ। ਤੁਹਾਨੂੰ ਪ੍ਰੋਪਰ ਸਾਰੇ ਐਵੀਡੈਂਸ ਦਿਖਾਉਣਗੇ ਉਹ ਵੀ ਕਿੰਨੀ ਤਰੀਕ ਨੂੰ ਕਿਹੜੇ ਬੰਦੇ ਦੀ ਕਿਵੇਂ ਈਮੇਲ ਆਈ ਹੈ। ਬਾਕੀ ਜ਼ਿਆਦਾ ਲੋੜ ਨਹੀਂ ਹੈਗੀ ਵਿਜ਼ਿਟ ਕਰਨ ਦੀ। ਹੁਣ ਕੰਟੀਨਿਊਸਲੀ ਅਸੀਂ ਪਾਉਂਦੇ ਹੀ ਰਹਿੰਦੇ ਹਾਂ, ਟੈਸਟੀਮੋਨੀਅਲਸ ਵੀ ਪਾਉਂਦੇ ਰਹਿੰਦੇ ਹਾਂ, ਫੋਟੋਜ਼ ਵੀ ਪਾਉਂਦੇ ਰਹਿੰਦੇ ਹਾਂ, ਅਖਬਾਰ 'ਚ ਵੀ ਨਿਊਜ਼ ਲਵਾਉਂਦੇ ਹਾਂ। ਹਰ ਚੀਜ਼ ਆਪਾਂ ਲੁਕੋ ਕੇ ਤਾਂ ਕੁਛ ਰੱਖਿਆ ਨਹੀਂ, ਕਿਉਂਕਿ ਲੁਕਾਉਣਾ ਹੈ ਕਿਉਂ ਆ। ਜੇ ਅਸੀਂ ਲੋਕਾਂ ਨੂੰ ਦਿਖਾਵਾਂਗੇ ਤਾਂ ਸਾਡੇ ਕੋਲ ਕਲਾਇੰਟਸ ਆਉਣਗੇ। ਸੋ 2-3 ਚੀਜ਼ਾਂ ਜਿਹੜੀਆਂ ਮੈਂ ਮੇਨ ਤੁਹਾਡੇ ਨਾਲ ਡਿਸਕਸ ਕਰਨੀਆਂ ਸੀ ਉਹ ਮੈਂ ਕਰ ਚੁੱਕਿਆ। ਲਾਸਟ ਦੇ ਉੱਤੇ ਫਿਰ ਉਹੀ ਸੁਨੇਹਾ, 18 ਦਸੰਬਰ ਦਿਨ ਮੰਗਲਵਾਰ ਮੋਹਾਲੀ ਆਫਿਸ 3B2 ਨੀਅਰ ਕਟਾਣੀ ਸਵੀਟਸ। ਤੁਸੀਂ ਪਹੁੰਚੋ ਆਪਦੇ ਸਾਰੇ ਸਵਾਲਾਂ ਦੇ ਜਵਾਬ ਲੈਣ ਲਈ। ਓਪਨ ਵਰਕ ਪਰਮਿਟ ਨਾਲ ਸੰਬੰਧਿਤ, ਟੂਰਿਸਟ ਵੀਜ਼ਾ, ਵਿਜ਼ਿਟਰ ਵੀਜ਼ਾ ਨਾਲ ਸੰਬੰਧਿਤ, ਸਟੂਡੈਂਟ ਵੀਜ਼ਾ ਨਾਲ ਸੰਬੰਧਿਤ ਸਰਦਾਰ ਭੁਪਿੰਦਰ ਸਿੰਘ ਗਿੱਲ ਤੁਹਾਨੂੰ ਆਪ ਮਿਲਣਗੇ। ਇੰਨਾ ਕਹਿੰਦਾ ਹੋਇਆ ਖਿਮਾ ਦਾ ਜੱਚਕਾਂ ਜੀ, ਧੰਨਵਾਦ।